ਪੰਜਾਬ ਰੈਵਨਿਊ ਪਟਵਾਰੀ ਤੇ ਹੋਰ ਪੰਜਾਬ ਦੇ ਐਗਜ਼ਾਮਸ ਦੇ ਵਿੱਚ ਜਿਹੜਾ ਕਰੰਟ ਅਫੇਅਰ ਦਾ ਸੈਕਸ਼ਨ ਹੈ ਉਹਦੇ ਵਿੱਚ ਪੋਲੀਟੀਕਲ ਅਫੇਅਰ ਜਿਹੜੇ ਇੰਟਰਨੈਸ਼ਨਲ ਜਾਂ ਨੈਸ਼ਨਲ ਪੋਲੀਟੀਕਲ ਅਫੇਅਰਸ ਹੈ ਉਹਦੇ ਕਰੰਟ ਅਫੇਅਰਸ ਦੇ ਨਾਲ ਸੰਬੰਧਿਤ ਇਸ ਵੀਡੀਓ ਦੇ ਵਿੱਚ ਅਸੀਂ ਪੋਲੀਟੀਕਲ ਅਫੇਅਰਸ ਤੋਂ ਜਿਹੜੀ ਪਹਿਲੀ ਕਰੰਟ ਅਫੇਅਰ ਤੁਹਾਨੂੰ ਦੇ ਰਹੇ ਹਾਂ ਉਹ ਬਿਲੋਂਗ ਕਰ ਰਹੀ ਹੈ ਅਲ ਅਕਸਾ ਮੌਸਕ ਤੋਂ। ਅਲ ਅਕਸਾ ਮੌਸਕ ਇੱਕ ਇਹ ਮਸਜਿਦ ਹੈ ਜਿਹੜੀ ਕਿ ਅੱਜ ਐਗਜ਼ਿਸਟਿੰਗ ਡੇ ਇਜ਼ਰਾਈਲ ਤੇ ਫਿਲਿਸਤੀਨ ਨਾਮ ਦੇ ਜਿਹੜੇ ਦੋ ਦੇਸ਼ ਹੈ ਉਹ ਇਸ ਪਲੇਸ ਦੇ ਉੱਪਰ ਆਪਦਾ ਅਧਿਕਾਰ ਜਤਾਉਂਦੇ ਹਨ ਤੇ ਇਹ ਜਿਹੜੀ ਮਸਜਿਦ ਹੈ ਅੱਜ ਐਗਜ਼ਿਸਟਿੰਗ ਡੇ ਜੈਰੂਸ਼ਲਮ ਜਿਹਨੂੰ ਕਿ ਰਾਜਧਾਨੀ ਦੇ ਵਜੋਂ ਇਜ਼ਰਾਈਲ ਤੇ ਫਿਲਿਸਤੀਨ ਆਪਦਾ ਅਧਿਕਾਰ ਦੱਸਦੇ ਹਨ ਉਸ ਈਸਟ ਜੈਰੂਸ਼ਲਮ ਜਾਂ ਫਿਰ ਜੈਰੂਸ਼ਲਮ ਇਲਾਕੇ ਦੇ ਵਿੱਚ ਸ਼ਹਿਰ ਦੇ ਵਿੱਚ ਇਹ ਸਥਿਤ ਹੈ। ਥੋੜੇ ਹੀ ਦਿਨਾਂ ਪਹਿਲਾਂ ਇਹ ਜਿਹੜੀ ਮਸਜਿਦ ਹੈ ਅਲ ਅਕਸਾ ਮਸਜਿਦ ਜਿਹਨੂੰ ਕਿ ਇਜ਼ਰਾਈਲਿਸਟ ਜਾਂ ਫਿਰ ਜਿਹੜੇ ਜੂਇਸ਼ ਲੋਕ ਹੈ ਯਾਨੀ ਕਿ ਜਿਹੜੇ ਯਹੂਦੀ ਲੋਕ ਹੈ ਜਿਹੜੇ ਕਿ ਜ਼ਿਆਦਾ ਵਸੋਂ ਜਿਹੜੀ ਯਹੂਦੀਆਂ ਦੀ ਇਜ਼ਰਾਈਲ ਦੇ ਵਿੱਚ ਹੈ ਉਹ ਇਹਨੂੰ ਟੈਂਪਲ ਮਾਊਂਟ ਵੀ ਕਹਿੰਦੇ ਹੈ ਯਾਨੀ ਕਿ ਉਹ ਇਹਨਾਂ ਨੂੰ ਆਪ ਦਾ ਇੱਕ ਮੰਦਿਰ ਦੱਸਦੇ ਹੈ ਤੇ ਇਹਨੂੰ ਮੁਸਲਮਾਨ ਜਿਹੜੇ ਕਿ ਫਿਲਿਸਤੀਨ ਦੇ ਵਿੱਚ 80% ਤੋਂ ਉੱਪਰ ਆਬਾਦੀ ਹੈ ਮੁਸਲਮਾਨਾਂ ਦੀ ਉਹ ਇਹਨੂੰ ਇੱਕ ਮਸਜਿਦ ਦੱਸਦੇ ਹੈ ਤਾਂ ਆਪਣੇ ਅਧਿਕਾਰ ਨੂੰ ਜਤਾਉਣ ਦੇ ਲਈ ਅਲ ਅਕਸਾ ਮੌਸਕ ਦੇ ਵਿੱਚ ਕਿਸੇ ਨਾ ਕਿਸੇ ਕਾਰਨ ਕਰਕੇ ਕੋਈ ਨਾ ਕੋਈ ਪ੍ਰੋਬਲਮ ਵਾਲੇ ਹਾਲਾਤ ਬਣੇ ਰਹਿੰਦੇ ਹੈ। ਥੋੜੇ ਹੀ ਦਿਨ ਪਹਿਲਾਂ ਇਹ ਮੌਸਕ ਜਿਹੜੀ ਹੈ ਇਹ ਨਿਊਜ਼ ਦੇ ਵਿੱਚ ਆਈ। ਇਹਦਾ ਕਾਰਨ ਇਹ ਹੈ ਕਿ ਇਜ਼ਰਾਈਲ ਦਾ ਇੱਕ ਬਹੁਤ ਵੱਡਾ ਫਾਇਰ ਬ੍ਰਾਂਡ ਲੀਡਰ ਜਿਹਦਾ ਕਿ ਨਾਮ ਹੈ ਇਤਮਾਰ ਬਿਨ ਗਵਿਰ ਇਹ ਜਿਹੜਾ ਨੈਸ਼ਨਲ ਸਿਕਿਉਰਿਟੀ ਮਿਨਿਸਟਰ ਇਜ਼ਰਾਈਲ ਦਾ ਇਹਨੇ ਵਿਜ਼ਿਟ ਕੀਤਾ ਜਿਹਦਾ ਕਿ ਫਿਲਿਸਤੀਨ ਨੇ ਬਹੁਤ ਭਰਪੂਰ ਇਹਦੇ ਵਿੱਚ ਇਹਦਾ ਵਿਰੋਧ ਕੀਤਾ ਤੇ ਜਿਹੜਾ ਆਰਥੋਡਾਕਸ ਇੱਕ ਗਰੁੱਪ ਹੈ ਇੱਕ ਮਿਲੀਟੈਂਟ ਗਰੁੱਪ ਹੈ ਫਿਲਿਸਤੀਨ ਦਾ ਜਿਹੜਾ ਕਿ ਫਿਲਿਸਤੀਨ ਦੀ ਆਜ਼ਾਦੀ ਦੇ ਲਈ ਕੰਮ ਕਰ ਰਿਹਾ ਹੈ ਇਜ਼ਰਾਈਲ ਦੇ ਖਿਲਾਫ ਹਮਾਸ ਉਸ ਗਰੁੱਪ ਦੇ ਵਿੱਚ ਤੇ ਆਮ ਲੋਕਾਂ ਦੇ ਵਿੱਚ ਸਿਵਿਲੀਅਨਸ ਦੇ ਵਿੱਚ ਤੇ ਇਜ਼ਰਾਈਲੀ ਫੋਰਸਸ ਦੇ ਵਿੱਚ ਕਾਫੀ ਝੜਪਾਂ ਹੋਈਆਂ ਜਿਹਦੇ ਵਿੱਚ ਕਾਫੀ ਡੈਥਸ ਹੋਈਆਂ ਤਾਂ ਕਰਕੇ ਅਲ ਅਕਸਾ ਮੌਸਕ ਜਿਹੜੀ ਹੈ ਉਹ ਨਿਊਜ਼ ਦੇ ਵਿੱਚ ਆਈ ਹੋਈ ਹੈ। ਤਾਂ ਤੁਹਾਨੂੰ ਪੇਪਰ ਦੇ ਐਂਗਲ ਤੋਂ ਇਹ ਸਵਾਲ ਬਣ ਸਕਦਾ ਹੈ ਕਿ ਅਲ ਅਕਸਾ ਮੌਸਕ ਕਿੱਥੇ ਸਥਿਤ ਹੈ ਇਹਦੇ ਉੱਪਰ ਕੰਟਰੋਲ ਕਿਹਦਾ ਹੈ। ਅਲ ਅਕਸਾ ਮੌਸਕ ਦੇ ਵਿੱਚ ਇਹ ਇੱਕ ਮਿਊਚੁਅਲ ਐਗਰੀਮੈਂਟ ਹੈ ਕਿ ਇਹਦੇ ਵਿੱਚ ਪ੍ਰੇਅਰ ਕਰਨ ਦਾ ਅਧਿਕਾਰ ਮੁਸਲਿਮਸ ਨੂੰ ਦਿੱਤਾ ਗਿਆ ਹੈ ਤੇ ਫਿਲਿਸਤਾਈਨ ਹੈ ਇਹਦੀ ਜਿਹੜੀ ਆਬਾਦੀ ਹੈ ਮੁਸਲਿਮ ਆਬਾਦੀ ਉਹ ਤਕਰੀਬਨ 80% ਹੈ ਤਾਂ ਮੁਸਲਿਮ ਲੋਕ ਇੱਥੇ ਮਸਜਿਦ ਦੇ ਵਜੋਂ ਪ੍ਰੇਅਰ ਕਰਦੇ ਹਨ ਪਰ ਇਸ ਮਸਜਿਦ ਦੇ ਵਿੱਚ ਜਿਹੜਾ ਐਕਸੈਸ ਦਿੱਤਾ ਗਿਆ ਹੈ ਜਾਂ ਹੋਰ ਜਿਹੜੇ ਸਿਕਿਉਰਿਟੀ ਕੰਟਰੋਲ ਦਿੱਤੇ ਗਏ ਹਨ ਉਹ ਇਜ਼ਰਾਈਲ ਨੂੰ ਦਿੱਤੇ ਗਏ ਹਨ ਤਾਂ ਕਿਸੇ ਨਾ ਕਿਸੇ ਰੂਪ 'ਚ ਇਜ਼ਰਾਈਲ ਦਾ ਪੂਰਾ ਦਬਦਬਾ ਇਸ ਇਲਾਕੇ ਦੇ ਵਿੱਚ ਬਣਿਆ ਹੋਇਆ ਹੈ ਤੇ ਇੱਕ ਇਜ਼ਰਾਈਲੀ ਮਿਨਿਸਟਰ ਨੇ ਜਦੋਂ ਇੱਥੇ ਵਿਜ਼ਿਟ ਕੀਤਾ ਤੇ ਇਸ ਗੱਲ ਦੀ ਉਹਨੇ ਪੁਰਜ਼ੋਰ ਮੰਗ ਕੀਤੀ ਕਿ ਇਜ਼ਰਾਈਲੀ ਯਾਨੀ ਕਿ ਜਿਨ੍ਹਾਂ ਦਾ ਧਰਮ ਯਹੂਦੀ ਹੈ ਜਿਨ੍ਹਾਂ ਨੂੰ ਜਿਊਸ਼ ਕਿਹਾ ਜਾਂਦਾ ਹੈ ਉਹਨਾਂ ਨੂੰ ਵੀ ਇੱਥੇ ਪ੍ਰੇ ਕਰਨ ਦਾ ਮੌਕਾ ਮਿਲਣਾ ਚਾਹੀਦਾ ਹੈ ਪ੍ਰੇ ਕਰਨ ਦਾ ਅਧਿਕਾਰ ਮਿਲਣਾ ਚਾਹੀਦਾ ਹੈ ਕਿਉਂਕਿ ਇਹਨਾਂ ਦੇ ਮੰਦਿਰਾਂ ਨੂੰ ਹੀ ਢਾਹ ਕੇ ਇੱਥੇ ਮਸਜਿਦ ਬਣਾਈ ਗਈ ਸੀ 7ਵੀਂ ਸ਼ਤਾਬਦੀ ਦੇ ਦੌਰਾਨ ਮੁਸਲਮਾਨਾਂ ਦੇ ਜਾਂ ਇਸਲਾਮ ਧਰਮ ਦੇ ਲੋਕਾਂ ਦੇ ਦੁਆਰਾ। ਸੋ ਪੇਪਰ ਦੇ ਐਂਗਲ ਤੋਂ ਅਲ ਅਕਸਾ ਮੌਸਕ ਕਿੱਥੇ ਹੈ ਤੇ ਇਜ਼ਰਾਈਲ ਦਾ ਕਿਹੜਾ ਮਿਨਿਸਟਰ ਹੈ ਜਿਹਨੇ ਇਹਨੂੰ ਵਿਜ਼ਿਟ ਕੀਤਾ ਹੈ ਇਹ ਇੰਪੋਰਟੈਂਟ ਬਣਦਾ ਹੈ ਤੇ ਅਲ ਅਕਸਾ ਮੌਸਕ ਦਾ ਇਸ਼ੂ ਕੀ ਹੈ ਇਹਦੇ ਬਾਰੇ ਪੇਪਰ ਦੇ ਵਿੱਚ ਥੋੜਾ ਬਹੁਤ ਸਵਾਲ ਜਿਹੜਾ ਤੁਹਾਨੂੰ ਬਣ ਸਕਦਾ ਹੈ। ਥੈਂਕ ਯੂ। ਹਾਂਜੀ ਸਟੂਡੈਂਟਸ ਜਿਹੜਾ ਆਪਣਾ ਨੈਕਸਟ ਕਰੰਟ ਅਫੇਅਰ ਹੈ ਪੋਲੀਟੀਕਲ ਕਰੰਟ ਅਫੇਅਰ ਇਹ ਆਪਾਂ ਲਿੱਤਾ ਹੈ ਮਿਆਂਮਾਰ ਕੰਟਰੀ ਤੋਂ। ਮਿਆਂਮਾਰ ਜਿਹੜਾ ਕਿ ਭਾਰਤ ਦੇਸ਼ ਦੀ ਇੱਕ ਨੇਬਰਿੰਗ ਕੰਟਰੀ ਹੈ ਇਹਦੇ ਵਿੱਚ ਅਗਸਤ 2023 ਦੇ ਵਿੱਚ ਇਲੈਕਸ਼ਨਸ ਹੋਣੇ ਹਨ ਤੇ ਇਹ ਇਲੈਕਸ਼ਨਸ ਕਿਉਂ ਇੰਪੋਰਟੈਂਟ ਜਾਂ ਕ੍ਰਿਟੀਕਲ ਹਨ ਇਹਦੀ ਥੋੜਾ ਜਿਹਾ ਆਪਾਂ ਨੂੰ ਬੈਕਗ੍ਰਾਉਂਡ 'ਚ ਦੇਖਣਾ ਪਏਗਾ। ਸਾਲ 2021 ਦੇ ਵਿੱਚ ਇੱਥੇ ਇੱਕ ਪਾਰਟੀ ਜਿਹਦਾ ਨਾਮ ਹੈ ਨੈਸ਼ਨਲ ਲੀਗ ਫॉर ਡੈਮੋਕ੍ਰੇਸੀ ਇਹ ਇੱਕ ਡੈਮੋਕ੍ਰੈਟਿਕ ਇਲੈਕਟਡ ਜਿਹੜੇ ਇਹਦੇ ਰਿਪਰੈਜ਼ੈਂਟੇਟਿਵਸ ਹੈ ਜਿਹੜੇ ਪਾਰਟੀ ਹੈ ਉਹਨੂੰ ਸੱਤਾ ਤੋਂ ਉਤਾਰ ਕੇ ਮਿਲਟਰੀ ਦੇ ਜਿਹੜੇ ਹੈਡਸ ਹੈ ਜਾਂ ਕਿ ਮਿਲਟਰੀ ਆਪਰੇਟਡ ਜਿਹੜੇ ਲੋਕ ਹੈ ਮਿਲਟਰੀ ਦੀ ਹੈਲਪ ਦੇ ਨਾਲ ਰਾਜ ਕਰਨ ਵਾਲੇ ਜਿਹੜੇ ਲੋਕ ਹੈ ਜਿਹਨੂੰ ਕਿ ਇਹਨਾਂ ਦੇ ਮਿਲਟਰੀ ਹੈਡ ਨੂੰ ਜੁੰਟਾ ਕਿਹਾ ਜਾਂਦਾ ਹੈ ਇਹਨਾਂ ਨੇ ਕੀ ਕੀਤਾ ਕਾਊਪ ਕੀਤਾ ਯਾਨੀ ਕਿ ਕੀ ਕੀਤਾ ਕਿ ਕਬਜ਼ਾ ਕਰ ਲਿਆ ਤੇ ਇਹ ਜਿਹੜੀ ਪਾਰਟੀ ਸੀਗੀ NLD ਨੈਸ਼ਨਲ ਲੀਗ ਫॉर ਡੈਮੋਕ੍ਰੇਸੀ ਇਹਨੂੰ ਸੱਤਾ ਤੋਂ ਹਟਾਤਾ ਤੇ ਖੁਦ ਸੱਤਾ ਦੇ ਵਿੱਚ ਕਾਬਿਜ਼ ਹੋ ਗਏ ਤੇ ਉਹ ਜਿਹੜੀ ਮਿਲਟਰੀ ਪ੍ਰੋ ਪਾਰਟੀ ਹੈ ਉਹਦਾ ਨਾਮ ਹੈ USDP ਯੂਨੀਅਨ ਸੋਲੀਡੈਰਿਟੀ ਐਂਡ ਡਿਵੈਲਪਮੈਂਟ ਪਾਰਟੀ। ਤਾਂ USDP 2021 ਤੋਂ ਬਾਅਦ ਮਿਆਂਮਾਰ ਦੇ ਵਿੱਚ ਰਾਜ ਕਰ ਰਹੀ ਹੈ ਤੇ 2023 ਦੇ ਵਿੱਚ ਜਿਹੜੇ ਹੈ ਇੱਕ ਆਮ ਚੁਣਾਵ ਜਨਰਲ ਇਲੈਕਸ਼ਨਸ ਕਰਾਉਣ ਦੀ ਗੱਲ ਕਹੀ ਜਾ ਰਹੀ ਹੈ ਜਿਹਦੇ ਨਾਲ ਕਿ ਇੱਕ ਪ੍ਰੋਪਰ ਵੈਲ ਇਲੈਕਟਡ ਜਿਹੜੀ ਪਾਰਟੀ ਹੈ ਉਹਨੂੰ ਸੱਤਾ ਦੇ ਵਿੱਚ ਲੈ ਕੇ ਆਇਆ ਜਾ ਸਕੇ। USDP ਪਾਰਟੀ ਨੇ NLD ਪਾਰਟੀ ਨੂੰ ਸੱਤਾ ਤੋਂ ਦੂਰ ਰੱਖਿਆ ਤੇ ਇੱਕ ਹੋਰ ਜਿਹੜੀ ਸੈਕੰਡ ਲਾਰਜੈਸਟ ਆਪੋਜੀਸ਼ਨ ਪਾਰਟੀ ਹੈ ਜਿਹੜੀ ਕਿ SNLD ਸ਼ਾਨ ਨੈਸ਼ਨੈਲਿਟੀਜ਼ ਲੀਗ ਫॉर ਡੈਮੋਕ੍ਰੇਸੀ ਇਹ ਵੀ ਜਿਹੜੀ ਹੈ ਪਾਰਟੀ ਦੋਨੋਂ NLD ਤੇ SNLD ਇਹ
ਇਸ ਇਲੈਕਸ਼ਨਸ ਦਾ ਬਾਈਕਾਟ ਕਰ ਰਹੀਆਂ ਹਨ ਕਿਉਂਕਿ USDP ਪਾਰਟੀ ਜਿਹੜੀ ਕਿ ਮਿਲਟਰੀ ਪ੍ਰੋ ਪਾਰਟੀ ਹੈ, ਇਹਨਾਂ ਨੇ ਇੱਕ ਨਵਾਂ ਰੂਲ ਬਣਾਇਆ ਹੈ ਜਿਹਦੇ ਵਿੱਚ ਇਹਨਾਂ ਨੇ ਇਹ ਕੀਤਾ ਹੈ ਕਿ ਫਸਟ ਪਾਸਟ ਦਾ ਪੋਸਟ ਸਿਸਟਮ ਨੂੰ ਹਟਾ ਕੇ ਪ੍ਰੋਪੋਰਸ਼ਨਲ ਰਿਪਰੈਜ਼ੈਂਟੇਟਿਵ ਸਿਸਟਮ ਇਹ ਚੁਣਾਵਾਂ ਦਾ ਲੈ ਕੇ ਆ ਰਹੇ ਹਨ। ਇਹ ਫਸਟ ਪਾਸਟ ਦਾ ਪੋਸਟ ਸਿਸਟਮ ਤੇ ਜਿਹੜਾ ਤੁਹਾਡਾ ਹੈ ਪ੍ਰੋਪੋਰਸ਼ਨਲ ਰਿਪਰੈਜ਼ੈਂਟੇਟਿਵ ਸਿਸਟਮ, ਇਹ ਆਪਾਂ ਪੋਲੀਟੀਕਲ ਸਾਇੰਸ 'ਚ ਪੜ੍ਹਦੇ ਹਾਂ ਇੰਡੀਅਨ ਪੋਲਿਟੀ ਦੇ ਵਿੱਚ। ਤਾਂ ਕਰਕੇ ਫਸਟ ਪਾਸਟ ਦਾ ਪੋਸਟ ਸਿਸਟਮ ਨੂੰ ਹਟਾ ਕੇ ਪ੍ਰੋਪੋਰਸ਼ਨਲ ਰਿਪਰੈਜ਼ੈਂਟੇਟਿਵ ਸਿਸਟਮ ਨੂੰ ਲੈ ਕੇ ਆਉਣ ਦੇ ਵਿਰੋਧ ਦੇ ਵਿੱਚ ਇਹ ਦੋਨੋਂ ਜਿਹੜੀਆਂ ਪਾਰਟੀਆਂ ਹੈ NLD ਤੇ SNLD, ਇਹ ਜਿਹੜੀ ਪਾਰਟੀਆਂ ਹੈ ਇਹ ਇਸ ਚੁਣਾਵ ਦਾ ਵਿਰੋਧ ਕਰ ਰਹੀਆਂ ਹਨ ਤੇ ਚੁਣਾਵ ਦੇ ਵਿੱਚ ਹਿੱਸਾ ਨਹੀਂ ਲੈ ਰਹੀਆਂ ਹਨ। ਤਾਂ ਕਰਕੇ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਮਿਆਂਮਾਰ ਦੇ ਵਿੱਚ ਕਿਹੜੀਆਂ ਐਕਟਿਵ ਪੋਲੀਟੀਕਲ ਪਾਰਟੀਆਂ ਹਨ ਤੇ ਇਸ ਟਾਈਮ ਜਿਹੜਾ ਮਿਆਂਮਾਰ ਦਾ ਐਕਟਿੰਗ ਪ੍ਰੈਜ਼ੀਡੈਂਟ ਉਹ ਕੌਣ ਹੈ। ਐਕਟਿੰਗ ਪ੍ਰੈਜ਼ੀਡੈਂਟ ਹੈ ਮਿੰਟ ਸਵੀ, ਇਹ ਜਿਹੜਾ ਕਿ USDP ਦਾ ਇੱਕ ਲੀਡਰ ਹੈ ਬਹੁਤ ਵੱਡਾ, ਜਿਹੜਾ ਕਿ ਇਸ ਟਾਈਮ ਐਕਟਿੰਗ ਪ੍ਰੈਜ਼ੀਡੈਂਟ ਚੱਲ ਰਿਹਾ ਹੈ ਮਿਆਂਮਾਰ ਦਾ। ਤੇ ਮਿਆਂਮਾਰ ਦੇ ਜਿਹੜੇ ਪਾਰਲੀਮੈਂਟ ਦੇ ਜਿਹੜੇ ਹਾਊਸਸ ਆ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਤੇ ਮਿਆਂਮਾਰ ਦੀ ਪਾਰਲੀਮੈਂਟ ਨੂੰ ਕੀ ਕਿਹਾ ਜਾਂਦਾ ਹੈ, ਇਹਨਾਂ ਦੇ ਨਾਮ ਦੇ ਉੱਪਰ ਵੀ ਪੇਪਰ 'ਚ ਸਵਾਲ ਬਣ ਸਕਦਾ ਹੈ। ਮਿਆਂਮਾਰ ਦੇ ਅਪਰ ਹਾਊਸ ਨੂੰ ਕਿਹਾ ਜਾਂਦਾ ਹੈ ਅਨਯੋਥਾ ਹਲੂਤਾ ਤੇ ਲੋਅਰ ਹਾਊਸ ਨੂੰ ਕਿਹਾ ਜਾਂਦਾ ਹੈ ਯੂਥੂ ਹਲੂਤਾ। ਤੇ ਜਿਹੜਾ ਇਹਦਾ ਪਾਰਲੀਮੈਂਟ ਹੈ, ਜਿਵੇਂ ਭਾਰਤ ਦੇਸ਼ ਦੀ ਆਪਾਂ ਸੰਸਦ ਕਹਿੰਦੇ ਆ, ਉਹਨੂੰ ਕਿਹਾ ਜਾਂਦਾ ਹੈ ਪਿਦਾਂਗਸੂ ਹਲੂਤਾ। ਸਟੂਡੈਂਟਸ, ਜਿਹੜਾ ਥਰਡ ਪੋਲੀਟੀਕਲ ਕਰੰਟ ਅਫੇਅਰ ਆਪਾਂ ਲੈ ਕੇ ਆ ਰਹੇ ਹਾਂ, ਇਹ ਆਪਾਂ ਰਸ਼ੀਆ ਤੇ ਜਿਹੜਾ ਯੂਕਰੇਨ ਦਾ ਕਨਫਲਿਕਟ ਹੈ, ਜਿਹੜਾ ਯੁੱਧ ਚੱਲ ਰਿਹਾ ਹੈ, ਉਹਦੇ ਉੱਪਰ ਹੈ। ਬਹੁਤ ਸਾਰੀਆਂ ਨਿਊਜ਼ ਰਸ਼ੀਆ ਤੇ ਯੂਕਰੇਨ ਕਨਫਲਿਕਟ ਦੇ ਉੱਪਰ ਬਣਨਗੀਆਂ, ਪਰ ਅੱਜ ਇਸ ਪਹਿਲੀ ਨਿਊਜ਼ ਦੇ ਵਿੱਚ ਮੈਂ ਥੋੜਾ ਜਿਹਾ ਤੁਹਾਨੂੰ ਇਹਦੇ ਕੁਝ ਰੀਜਨਸ ਦੇ ਬਾਰੇ ਦੱਸਣਾ ਚਾਹਨਾ ਤੇ ਇੱਕ ਜਿਹੜਾ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਦਾ ਰੈਜ਼ੋਲੂਸ਼ਨ ਪਾਸ ਹੋਇਆ ਸੀ ਰਸ਼ੀਆ ਦੇ ਖਿਲਾਫ, ਉਹਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ। ਤਾਂ ਕਰਕੇ ਸਭ ਤੋਂ ਪਹਿਲਾਂ ਆਪਾਂ ਇਹ ਦੇਖੀਏ ਕਿ ਜਿਹੜੀ ਰਸ਼ੀਅਨ ਵਾਰ ਹੈ ਇਹ ਪਿਛਲੇ ਸਾਲ ਯਾਨੀ ਕਿ 24 ਫਰਵਰੀ 2022 ਨੂੰ ਰਸ਼ੀਆ ਦੁਆਰਾ ਸਟਾਰਟ ਕੀਤੀ ਗਈ ਤੇ ਰਸ਼ੀਆ ਨੇ ਸਭ ਤੋਂ ਪਹਿਲਾਂ ਡੋਨੈਟਸਕ ਤੇ ਲੁਹਾਂਸਕ ਦੋ ਰੀਜੀਅਨਸ ਹੈ ਯੂਕਰੇਨ ਦੇ, ਜਿਹੜੇ ਕਿ ਡੋਨਬਾਸ ਰੀਜੀਅਨ ਦੇ ਅੰਡਰ ਆਉਂਦੇ ਆ। ਤਾਂ ਡੋਨੈਟਸਕ ਤੇ ਲੁਹਾਂਸਕ ਤੇ ਡੋਨਬਾਸ, ਇਹ ਜਿਹੜੇ ਖੇਤਰ ਹਨ ਇਹ ਯੂਕਰੇਨ ਦੇ ਵਿੱਚ ਪੈਂਦੇ ਸਨ, ਪਰ ਹੁਣ ਅੱਜ ਇਹ ਰਸ਼ੀਆ ਦੇ ਕੰਟਰੋਲ ਦੇ ਵਿੱਚ ਹਨ ਜਾਂ ਰਸ਼ੀਅਨ ਜਿਹੜੀ ਪ੍ਰੋ ਮਿਲਟਰੀ ਫੋਰਸਸ ਹੈਗੀਆਂ ਉਹਨਾਂ ਦੇ ਕੰਟਰੋਲ ਦੇ ਵਿੱਚ ਇਹ ਤਿੰਨੋਂ ਰੀਜਨਸ ਹਨ ਤੇ ਰਸ਼ੀਆ ਇੱਥੋਂ ਆਪਰੇਟ ਕਰ ਰਿਹਾ। ਇਹਨਾਂ ਏਰੀਆਜ਼ ਦੇ ਵਿੱਚ ਆਉਣ ਤੋਂ ਬਾਅਦ ਰਸ਼ੀਆ ਦਾ ਕਾਫੀ ਦਬਾਅ ਜਾਂ ਪ੍ਰਭਾਵ ਵੱਧ ਗਿਆ ਹੈ ਯੂਕਰੇਨ ਦੇ ਵਿੱਚ। ਪਰ ਜਦੋਂ ਰਸ਼ੀਆ ਨੇ ਆਪਣੀ ਵਾਰ ਸਟਾਰਟ ਕੀਤੀ ਤਾਂ ਉਹਨੇ 4 ਸਾਈਡਸ ਤੋਂ ਯੂਕਰੇਨ ਨੂੰ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਤੇ ਜਿਹੜੀ ਯੂਕਰੇਨ ਦੀ ਰਾਜਧਾਨੀ ਹੈ ਵੀਵ ਜਾਂ ਉਹਨੂੰ ਕੀਵ ਵੀ ਕਿਹਾ ਜਾਂਦਾ ਹੈ, ਇਸ ਰਾਜਧਾਨੀ ਨੂੰ ਕਾਬੂ ਕਰਨ ਦੇ ਲਈ ਇਹਨਾਂ ਨੇ ਰਸ਼ੀਆ ਦਾ ਇੱਕ ਜਿਹੜਾ ਮਿੱਤਰ ਦੇਸ਼ ਹੈ ਬੇਲਾਰੂਸ, ਉਸ ਫਰੰਟ ਨੂੰ ਓਪਨ ਕੀਤਾ ਨਾਰਥ ਸਾਈਡ ਤੋਂ ਤੇ ਕੀਵ ਨੂੰ ਕਾਬੂ ਕਰਨ ਦੇ ਵਿੱਚ ਬੇਲਾਰੂਸ ਤੋਂ ਐਂਟਰੀ ਸ਼ੁਰੂ ਕੀਤੀ। ਤਾਂ ਇਹਦੇ ਵਿੱਚ ਕੀਵ ਜਿਹੜੀ ਹੈ ਰਾਜਧਾਨੀ, ਇਹਦੇ ਉੱਪਰ ਸਵਾਲ ਬਣ ਸਕਦਾ ਹੈ। ਫਿਰ ਸਿੰਪਲ ਸਵਾਲ ਹੈ, ਮੇਬੀ ਨਾ ਵੀ ਬਣੇ, ਪਰ ਡੋਨਬਾਸ ਜਿਹੜਾ ਰੀਜਨ ਹੈ ਉਹ ਤੇ ਡੋਨੈਟਸਕ ਤੇ ਲੁਹਾਂਸਕ ਰੀਜਨ, ਇਹਨਾਂ ਦੇ ਉੱਪਰ ਸਵਾਲ ਬਣ ਸਕਦਾ ਹੈ। ਇਸ ਤੋਂ ਬਾਅਦ ਜਿਹੜੇ ਹੋਰ ਫਰੰਟ ਰਸ਼ੀਆ ਨੇ ਖੋਲੇ ਉਹਦੇ ਉੱਪਰ ਆਪਾਂ ਗੱਲ ਕਰਦੇ ਹਾਂ ਕਿ ਹੋਰ ਕਿਹੜੇ ਫਰੰਟ ਤੋਂ ਰਸ਼ੀਆ ਨੇ ਮੂਵ ਅਹੈਡ ਕੀਤਾ ਯੂਕਰੇਨ ਦੇ ਵਿੱਚ ਐਂਟਰ ਹੋਣ ਦੇ ਲਈ। ਤਾਂ ਕ੍ਰੀਮਾਏ ਜਿਹੜਾ ਇਹਨਾਂ ਦਾ ਪੈਨਿਨਸੂਲਰ ਏਰੀਆ ਹੈ, ਜਿਹੜਾ ਕਿ ਰਸ਼ੀਆ ਨੇ ਬਹੁਤ ਪਹਿਲਾਂ ਆਪਦੇ ਕੰਟਰੋਲ 'ਚ ਲੈ ਲਿਆ ਸੀਗਾ, ਉੱਥੋਂ ਇਹਨਾਂ ਨੇ ਐਂਟਰੀ ਸ਼ੁਰੂ ਕੀਤੀ ਤੇ ਉਸ ਤੋਂ ਬਾਅਦ ਐਂਟਰੀ ਸ਼ੁਰੂ ਕਰਕੇ ਕ੍ਰੀਮੀਆਏ ਜਿਹੜਾ ਕਿ ਪੈਨਿਨਸੂਲਾ ਤੋਂ, ਜਿਹੜਾ ਕਿ ਬਹੁਤ ਪਹਿਲਾਂ ਉਹਨੇ ਆਪਦੇ ਕਬਜ਼ੇ 'ਚ ਲੈ ਲਿਆ ਸੀਗਾ, ਇੱਥੋਂ ਇਹਨੇ ਯੂਕਰੇਨ ਦੇ ਵਿੱਚ ਐਂਟਰ ਕਰਨ ਦੇ ਲਈ ਕ੍ਰੀਮੀਆਏ ਪੈਨਿਨਸੂਲਾ ਦਾ ਇਸਤੇਮਾਲ ਕੀਤਾ। ਉਸ ਤੋਂ ਬਾਅਦ ਨਾਰਥ ਈਸਟਰਨ ਜਿਹੜਾ ਫਰੰਟ ਇਹਨਾਂ ਨੇ ਓਪਨ ਕੀਤਾ ਤਾਂ ਇਹ ਯੂਕਰੇਨ ਦੀ ਇੱਕ ਹੋਰ ਇੰਪੋਰਟੈਂਟ ਸਿਟੀ ਹੈ ਖਾਰਕੀਵ, ਉਹਦੇ ਵਿੱਚ ਐਂਟਰ ਕਰਨ ਦੇ ਲਈ ਇਹਨਾਂ ਨੇ ਫਰੰਟ ਓਪਨ ਕੀਤਾ ਤੇ ਸਾਊਥ ਈਸਟ ਫਰੰਟ ਤੋਂ ਓਪਨ ਕਰਕੇ ਇਹਨਾਂ ਨੇ ਡੋਨਬਾਸ ਰੀਜਨ ਨੂੰ ਆਪਦੇ ਕਬਜ਼ੇ 'ਚ ਲੈਣ ਦੀ ਕੋਸ਼ਿਸ਼ ਕੀਤੀ ਹੈ ਤੇ ਕਾਫੀ ਹੱਦ ਤੱਕ ਇਹ ਆਪਦੇ ਹਮਲਿਆਂ ਦੇ ਵਿੱਚ ਕਾਮਯਾਬ ਰਹੇ ਹਨ। ਤੇ ਯੂਕਰੇਨ ਦੇ ਬਹੁਤ ਸਾਰੇ ਏਰੀਆਜ਼, ਇਹ ਸਾਰਾ ਜਿਹੜਾ ਇਹ ਏਰੀਆ ਹੈ ਯੂਕਰੇਨ ਦਾ ਨਾਰਥ ਈਸਟ, ਸਾਊਥ ਈਸਟ ਤੇ ਮੋਸਟਲੀ ਈਸਟ ਜਿਹੜਾ ਹੈ ਇਹ ਇਹਨਾਂ ਨੇ ਆਪਦੇ ਕਬਜ਼ੇ ਦੇ ਵਿੱਚ ਲੈ ਲਿਆ ਹੈ। ਇਹ ਸਾਰਾ ਕੁਝ ਜਦੋਂ ਹੋ ਰਿਹਾ ਹੈ ਤਾਂ ਯੂਨਾਈਟਿਡ ਨੇਸ਼ਨਸ ਜਿਹੜਾ ਹੈ ਉਹ ਐਕਟਿਵ ਚੱਲ ਰਿਹਾ ਹੈ। ਯੂਨਾਈਟਿਡ ਨੇਸ਼ਨ ਨੇ ਇੱਕ ਰੈਜ਼ੋਲੂਸ਼ਨ ਪਾਸ ਕੀਤਾ ਜਿਹਨੂੰ ਕਿਹਾ ਗਿਆ, ਉਸ ਰੈਜ਼ੋਲੂਸ਼ਨ ਦਾ ਜਿਹੜਾ ਨਾਮ ਹੈ ES 11/1। ਇਸ ਰੈਜ਼ੋਲੂਸ਼ਨ ਦੇ ਤਹਿਤ ਉਹਨਾਂ ਨੇ ਕਿਹਾ ਕਿ ਇਮੀਡੀਏਟਲੀ ਜਿਹੜਾ ਰਸ਼ੀਆ ਹੈ ਉਹ ਹਮਲੇ ਬੰਦ ਕਰੇ ਯੂਕਰੇਨ ਦੇ ਉੱਤੇ ਤੇ ਸੀਜ਼ ਫਾਇਰ ਅਨਾਉਂਸ ਕਰੇ, ਪਰ ਜਿਹਨੂੰ ਕਿ ਰਸ਼ੀਆ ਨੇ ਡਿਨਾਈ ਕਰਤਾ। ਉਸ ਤੋਂ ਬਾਅਦ ਹੋਰ ਵੀ ਬਹੁਤ ਤਰ੍ਹਾਂ ਦੇ ਸੈਂਕਸ਼ਨਸ ਰਸ਼ੀਆ ਦੇ ਉੱਪਰ ਇੰਪੋਜ਼ ਕੀਤੇ ਗਏ, ਪਰ ਅੱਜ ਆਪਾਂ ਦੇਖ ਰਹੇ ਹਾਂ 1 ਸਾਲ ਤੋਂ ਬਾਅਦ ਵੀ ਰਸ਼ੀਆ ਜਿਹੜਾ ਹੈ ਉਹ ਰੁਕ ਨਹੀਂ ਰਿਹਾ ਤੇ ਇਮੀਡੀਏਟਲੀ ਉਹ ਨਾਟੋ ਫੋਰਸਸ ਨੂੰ ਵੀ ਕੰਟਰੋਲ ਕਰਦਾ ਹੋਇਆ, ਈਵਨ ਅਮਰੀਕਾ ਤੱਕ ਨੂੰ ਕੰਟਰੋਲ ਕਰਦਾ ਹੋਇਆ ਅੱਗੇ ਵਧ ਰਿਹਾ ਹੈ ਇਸ ਕੇਸ ਦੇ ਵਿੱਚ। ਤੇ ਹੋਰ ਜਿਹੜੇ ਇੰਪੋਰਟੈਂਟ ਲੋਕੇਸ਼ਨਸ ਰਸ਼ੀਆ ਨੇ ਆਪਦੇ ਕੰਟਰੋਲ 'ਚ ਲਿੱਤੀਆਂ, ਉਹਦੇ ਵਿੱਚ ਇੱਕ ਹੋਰ ਲੋਕੇਸ਼ਨ ਹੈ ਦੈਟ ਇਜ਼ ਮੋਰਿਊਪੋਲ ਇੱਕ ਕੋਸਟਲ ਜਿਹੜਾ ਹੈ ਖੇਤਰ ਹੈ ਯੂਕਰੇਨ ਦਾ ਤੇ ਇਹ ਵੀ ਜਿਹੜਾ ਹੈ ਇਹਦੇ ਵਾਸਤੇ ਵੀ ਮਤਲਬ ਰਸ਼ੀਆ ਨੇ ਪੂਰਾ ਜ਼ੋਰ ਲਗਾਇਆ ਤੇ ਇਹਨੂੰ ਆਪਦੇ ਕੰਟਰੋਲ ਦੇ ਵਿੱਚ ਲਿੱਤਾ ਹੈ। ਤਾਂ ਮੋਰਿਊਪੋਲ ਦੇ ਉੱਪਰ ਵੀ ਪੇਪਰ ਦੇ ਵਿੱਚ ਸਵਾਲ ਬਣ ਸਕਦਾ ਕਿ ਇਹ ਲੋਕੇਸ਼ਨ ਦਾ ਕੀ ਇੰਪੋਰਟੈਂਸ ਹੈ ਰਸ਼ੀਆ ਤੇ ਯੂਕਰੇਨ ਦੀ ਵਾਰ ਤੋਂ, ਰਾਈਟ। ਥੈਂਕ ਯੂ ਸਟੂਡੈਂਟਸ। ਜਿਹੜਾ ਆਪਾਂ ਨੈਕਸਟ ਪੋਲੀਟੀਕਲ ਕਰੰਟ ਅਫੇਅਰ ਲੈ ਰਹੇ ਹਾਂ ਉਹ ਆਪਾਂ ਲੈ ਰਹੇ ਹਾਂ ਪੈਰੂਵੀਅਨ ਕ੍ਰਾਈਸਿਸ ਤੋਂ। ਪੈਰੂਵੀਅਨ ਕ੍ਰਾਈਸਿਸ ਕੀ ਹੈ? ਬੇਸਿਕਲੀ ਅਪ੍ਰੈਲ ਦੇ ਵਿੱਚ ਇੱਕ ਕੰਟਰੀ ਨਿਊਜ਼ 'ਚ ਆਈ ਹੋਈ ਹੈ,
ਉਸ ਕੰਟਰੀ ਦੇ ਵਿੱਚ ਕੁਝ ਪੋਲੀਟੀਕਲ ਉਥਲ-ਪੁਥਲ ਹੋ ਰਹੀ ਹੈ, ਕੁਝ ਉਠਾ-ਪਟਕ ਹੋ ਰਹੀ ਹੈ, ਉੱਥੇ ਕੁਝ ਰੋਸ ਪ੍ਰਦਰਸ਼ਨ ਚੱਲ ਰਹੇ ਹਨ, ਉਹਨਾਂ ਦੇ ਬਾਰੇ ਆਪਾਂ ਗੱਲ ਕਰਾਂਗੇ। ਤੇ ਉਹ ਕੰਟਰੀ ਦਾ ਨਾਮ ਹੈ ਪੈਰੂ। ਸਾਊਥ ਅਮਰੀਕਾ ਕੰਟੀਨੈਂਟ ਦੇ ਵਿੱਚ, ਵੈਸਟਰਨ ਸਾਊਥ ਅਮਰੀਕਾ ਦੇ ਵਿੱਚ ਇੱਕ ਕੰਟਰੀ ਲਾਈ ਕਰਦੀ ਹੈ, ਦੈਟ ਇਜ਼ ਪੈਰੂ। ਠੀਕ ਹੈ, ਬਹੁਤ ਖੂਬਸੂਰਤ ਕੰਟਰੀ ਹੈ। ਐਮਾਜ਼ਨ ਰੇਨ ਫੋਰੈਸਟ ਇੱਥੇ ਤੁਹਾਨੂੰ ਮਿਲਣਗੇ, ਐਂਡੀਜ਼ ਮਾਊਂਟੇਨ ਤੁਹਾਨੂੰ ਇਸ ਦੇਸ਼ 'ਚ ਮਿਲਣਗੀਆਂ, ਤੇ ਐਮਾਜ਼ਨ ਰਿਵਰ ਵੀ ਇਸ ਦੇਸ਼ ਦੇ ਵਿੱਚੋਂ ਵਗਦੀ ਹੈ। ਇੱਥੇ ਬੇਸਿਕਲੀ ਕੀ ਹੋਇਆ ਹੈ ਕਿ ਇੱਥੋਂ ਦੇ ਇੱਕ ਐਗਜ਼ਿਸਟਿੰਗ ਰਾਸ਼ਟਰਪਤੀ ਨੂੰ ਆਊਸਟਡ ਕੀਤਾ ਗਿਆ ਹੈ, ਯਾਨੀ ਕਿ ਉਹਨਾਂ ਨੂੰ ਸੱਤਾ ਤੋਂ ਹਟਾਇਆ ਗਿਆ ਹੈ, ਇੰਪੀਚ ਕਰਕੇ, ਮਹਾਭਿਯੋਗ ਲਗਾ ਕੇ ਉਹਨਾਂ ਨੂੰ ਸੱਤਾ ਤੋਂ ਹਟਾ ਦਿੱਤਾ ਗਿਆ ਹੈ। ਉਹਨਾਂ ਦਾ ਨਾਮ ਹੈ ਪੈਡਰੋ ਕੈਸਟਿਲੋ। ਪੈਡਰੋ ਕੈਸਟਿਲੋ ਜਿਹੜੇ ਹੈ ਉਹ ਇੱਕ ਪਾਰਟੀ ਨਾਲ ਬਿਲੋਂਗ ਕਰਦੇ ਹੈ, ਉਸ ਪਾਰਟੀ ਦਾ ਨਾਮ ਹੈ ਫ੍ਰੀ ਪੈਰੂ। ਬੇਸਿਕਲੀ ਕੀ ਹੋਇਆ ਕਿ ਉਹਨਾਂ ਨੇ ਆਪਦੇ ਪ੍ਰਤੀਦਵੰਦੀ ਨੂੰ ਤਾਂ ਹਰਾਤਾ, ਪਰ ਕੀ ਹੋਇਆ ਕਿ ਪੈਰੂਵੀਅਨ ਕਾਂਗਰਸ ਦਾ ਉਹਨਾਂ ਨੂੰ ਸਪੋਰਟ ਨਹੀਂ ਮਿਲਿਆ, ਜਿਸ ਕਰਕੇ ਜਦੋਂ ਤੋਂ ਉਹ ਰਾਸ਼ਟਰਪਤੀ ਬਣੇ ਉਹ ਲਗਾਤਾਰ ਜਿਹੜੀ ਪੈਰੂਵੀਅਨ ਕਾਂਗਰਸ ਸੀ ਉਹਦੇ ਨਿਸ਼ਾਨੇ ਤੇ ਸੀ, ਤੇ ਪੈਰੂਵੀਅਨ ਕਾਂਗਰਸ ਨੇ ਉਹਨਾਂ ਨੂੰ ਸਪੋਰਟ ਨਹੀਂ ਕੀਤੀ ਤੇ ਹਮੇਸ਼ਾ ਉਹਨਾਂ ਨੂੰ ਆਬਸਟਰਕਟ ਕਰਦੇ ਰਹੇ ਕੰਮ ਕਰਨ ਦੇ ਵਿੱਚ। ਤੇ ਅਲਟੀਮੇਟਲੀ ਕੀ ਹੋਇਆ ਕਿ ਜਦੋਂ ਪੈਡਰੋ ਕੈਸਟਿਲੋ ਜਿਹੜੇ ਕਿ ਰਾਸ਼ਟਰਪਤੀ ਸੀ ਪੈਰੂ ਦੇ, ਉਹਨਾਂ ਨੇ ਪੈਰੂਵੀਅਨ ਕਾਂਗਰਸ ਨੂੰ ਡਿਸੋਲਵ ਕਰਨ ਦੀ, ਭੰਗ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਇਮੀਡੀਏਟਲੀ ਕੀ ਕੀਤਾ ਪੈਰੂਵੀਅਨ ਕਾਂਗਰਸ ਨੇ ਕਿ ਰਾਸ਼ਟਰਪਤੀ ਨੂੰ ਯਾਨੀ ਕਿ ਪੈਡਰੋ ਕੈਸਟਿਲੋ ਨੂੰ ਇੰਪੀਚ ਕਰਤਾ, ਕਿਉਂਕਿ ਪੈਰੂ ਦੇ ਵਿੱਚ ਜਿਹੜੀ ਲੈਜਿਸਲੇਟਿਵ ਪਾਵਰ ਹੈ, ਯਾਨੀ ਕਿ ਪੈਰੂਵੀਅਨ ਕਾਂਗਰਸ ਦੀ ਪਾਵਰ ਹੈ, ਉਹ ਕਿਤੇ ਕਿਤੇ ਜ਼ਿਆਦਾ ਹੈ। ਉਹ ਵਿਦਾਊਟ giving any notice ਜਾਂ without mentioning any cause ਉਹ ਉੱਥੋਂ ਦੇ ਪ੍ਰੈਜ਼ੀਡੈਂਟ ਨੂੰ ਇੰਪੀਚ ਕਰ ਸਕਦੇ ਆ। ਭਾਰਤ ਦੇਸ਼ ਦੀ ਤਰ੍ਹਾਂ ਉੱਥੋਂ ਦਾ ਸਿਸਟਮ ਨਹੀਂ ਹੈ। ਤਾਂ ਫਿਰ ਪੈਡਰੋ ਕੈਸਟਿਲੋ ਦੇ ਜਿਹੜੇ ਸਪੋਰਟਰ ਸੀਗੇ ਉਹ ਲਗਾਤਾਰ ਪ੍ਰਦਰਸ਼ਨ ਕਰ ਰਹੇ ਸਨ, ਤੇ ਹੁਣੇ ਥੋੜੇ ਦਿਨ ਪਹਿਲਾਂ ਪ੍ਰਦਰਸ਼ਨ ਦੇ ਦੌਰਾਨ ਉੱਥੋਂ ਦੀ ਪੁਲਿਸ ਜਿਹੜੀ ਹੈ ਤੇ ਆਰਮੀ ਪੈਰੂ ਦੀ, ਉਹਨਾਂ ਨੇ ਇਹਨਾਂ ਸਪੋਰਟਰਸ ਦੇ ਖਿਲਾਫ, ਪੈਡਰੋ ਕੈਸਟਿਲੋ ਫ੍ਰੀ ਪੈਰੂ ਦੀ ਜਿਹੜੀ ਪਾਰਟੀ ਹੈ ਉਹਨਾਂ ਦੇ ਸਪੋਰਟਰਸ ਦੇ ਖਿਲਾਫ ਕਾਰਵਾਈ ਕੀਤੀ, ਤੇ 60 ਤੋਂ ਵੱਧ ਮੌਤਾਂ ਉੱਥੇ ਉਸ ਪਾਰਟੀ ਦੇ ਸਪੋਰਟਰਸ ਦੀਆਂ ਹੋ ਗਈਆਂ, ਜਿਸ ਕਰਕੇ ਕਿ ਲਗਾਤਾਰ ਇਹ ਮੰਗ ਉੱਠ ਰਹੀ ਹੈ ਕਿ ਜਿਹੜੇ ਐਗਜ਼ਿਸਟਿੰਗ ਪ੍ਰੈਜ਼ੀਡੈਂਟ ਹੈ ਜਿਨ੍ਹਾਂ ਦਾ ਨਾਮ ਹੈ ਡਾਇਨਾ ਬੋਲੂਆਰਟੇ, ਕਿ ਉਹਨਾਂ ਨੂੰ ਰਿਜ਼ਾਈਨ ਕੀਤਾ ਜਾਵੇ, ਰਿਜ਼ਾਈਨ ਕਰਵਾਇਆ ਜਾਵੇ, ਉਹ ਆਪਦਾ ਜਿਹੜਾ ਪ੍ਰੈਜ਼ੀਡੈਂਟ ਦਾ ਰੈਂਕ ਹੈ, ਪਦ ਹੈ, ਉਹਨੂੰ ਛੱਡਣ। ਉਹਦੇ ਕਰਕੇ ਇਹ ਜਿਹੜੇ ਰੋਸ ਪ੍ਰਦਰਸ਼ਨ ਹੈ ਜਾਂ ਵਿਰੋਧ ਪ੍ਰਦਰਸ਼ਨ ਹੈ ਇਹ ਚੱਲ ਰਹੇ ਹਨ। ਤਾਂ ਕਰਕੇ ਤੁਹਾਨੂੰ ਪੈਰੂ ਜਿਹੜਾ ਇਹ ਪੋਲੀਟੀਕਲ ਕ੍ਰਾਈਸਿਸ ਹੈ ਇਹਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਕਿਹੜੀਆਂ ਪਰਸਨੈਲਿਟੀਜ਼ ਇਹਦੇ ਵਿੱਚ ਇਨਵੋਲਵ ਹੈ, ਉਹਨਾਂ ਦੇ ਕੀ ਨਾਂ ਹਨ, ਉਹ ਕਿਹੜੀ ਪਾਰਟੀ ਨਾਲ ਬਿਲੋਂਗ ਕਰਦੇ ਹੈ, ਤੇ ਐਗਜ਼ਿਸਟਿੰਗ ਪ੍ਰੈਜ਼ੀਡੈਂਟ ਕੌਣ ਹੈ ਪੈਰੂ ਦਾ, ਤੇ ਜਿਹੜਾ ਪ੍ਰੈਜ਼ੀਡੈਂਟ ਹੁਣ ਆਊਸਟਡ ਕੀਤਾ ਗਿਆ ਸੀ ਉਹ ਕੌਣ ਹੈ। ਥੈਂਕ ਯੂ ਵੈਰੀ ਮਚ।